ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ। ਆਪਾਂ ਇਹ ਪੰਜਾਬ ਜੀਕੇ ਦਾ ਸਿਲੇਬਸ ਸ਼ੁਰੂ ਕਰ ਰੱਖਿਆ ਸੀਗਾ ਜੀ, ਜਿਹਦੇ ਵਿੱਚੋਂ ਕਿ ਮੈਂ ਤੁਹਾਨੂੰ ਜੀ ਕੱਲ ਨੂੰ ਹਿਸਟਰੀ ਦਾ ਜੋ ਵੀ ਸਿਲੇਬਸ ਸੀਗਾ ਜੀ ਉਹ ਤੁਹਾਨੂੰ ਪੂਰਾ ਕਰਵਾ ਚੁੱਕਿਆ ਸੀਗਾ। ਅੱਜ ਆਪਾਂ ਕਰਨਾ ਹੈਗਾ ਜੀ ਪ੍ਰਦੇਸ਼ ਦਾ ਨਿਰਮਾਣ। ਕਿਹੜੇ ਪ੍ਰਦੇਸ਼ ਦਾ ਕਰਾਂਗੇ ਨਿਰਮਾਣ? ਪੰਜਾਬ ਦੇ ਕਰਾਂਗੇ, ਕਿਉਂਕਿ ਪੰਜਾਬ ਦੀ ਜੀਕੇ ਪੜ੍ਹੀ ਹੈ ਤਾਂ ਆਪਾਂ ਹੋਰ ਦਾ ਕਾਹਨੂੰ ਕਰਨਾ ਹੈ। ਤਾਂ 1947 ਦੇ ਵਿੱਚ ਜਦੋਂ ਤੁਹਾਨੂੰ ਪਤਾ ਹੀ ਜਦੋਂ ਹੀ ਪੰਜਾਬ ਤੇ ਪਾਕਿਸਤਾਨ ਬਣੇ ਨੇ ਜੀ, ਤਾਂ ਪੰਜਾਬ ਦੇ ਦੋ ਹਿੱਸੇ ਹੋਏ ਜੀ। ਇੱਕ ਨੂੰ ਤਾਂ ਪੱਛਮੀ ਪੰਜਾਬ ਕਿਹਾ ਜਾਂਦਾ ਸੀਗਾ, ਦੂਸਰੇ ਨੂੰ ਪੂਰਬੀ ਪੰਜਾਬ ਕਿਹਾ ਗਿਆ ਜੀ। ਤਾਂ ਉਸ ਟਾਈਮ ਉੱਤੇ ਕੀ ਹੋਇਆ ਜੀ, ਜਿੱਦਾਂ ਹੀ ਪੰਜਾਬ ਦੀ ਵੰਡ ਹੋਈ ਹੈ ਜੀ, ਤਾਂ ਪੰਜਾਬ ਦੀ ਵੰਡ ਨੂੰ ਲੈ ਕੇ ਰੌਲਾ ਪੈ ਗਿਆ ਸੀਗਾ ਵੀ ਜੋ ਪੰਜਾਬ ਹੈ ਇਸ ਨੂੰ ਕਿਸ ਤਰੀਕੇ ਨਾਲ ਵੰਡਿਆ ਜਾਊਗਾ, ਕਿਉਂਕਿ ਦੋਵੇਂ ਪਾਸੇ ਤਾਂ ਪੰਜਾਬੀ ਬੰਦੇ ਹੀ ਸੀਗੇ। ਲੇਕਿਨ ਇਹਦੇ ਲਈ ਜੀ ਇੱਕ ਕਮਿਸ਼ਨ ਬਿਠਾਇਆ ਗਿਆ ਜਿਹਦਾ ਨਾਮ ਸੀਗਾ ਜੀ ਪੰਜਾਬ ਬਾਉਂਡਰੀ ਕਮਿਸ਼ਨ। ਇਹ ਬਿਠਾਇਆ ਗਿਆ ਸੀਗਾ ਜੀ 20 ਜੂਨ 1947 ਨੂੰ, ਜਾਣੀ ਕਿ ਆਪਣੀ ਜੀ 15 ਅਗਸਤ 1947 ਤੋਂ ਪਹਿਲਾਂ ਬਿਠਾਇਆ ਗਿਆ ਸੀਗਾ ਜੀ ਇਹ। ਠੀਕ ਹੈ, ਤਾਂ ਇਹਦੇ ਵਿੱਚ ਜੋ ਮੇਨ ਮੈਂਬਰ ਸੀਗਾ ਜੀ, ਠੀਕ ਹੈ ਜੀ, ਜੋ ਮੇਨ ਬੰਦਾ ਬਿਠਾਇਆ ਗਿਆ ਸੀ ਉਹਦਾ ਨਾਮ ਸੀਗਾ ਜੀ ਸਰ ਸੀਰੀਅਲ ਰੈਡਕਲਿਫ। ਇਸ ਨੂੰ ਹੈਡ ਬਣਾਇਆ ਗਿਆ ਸੀਗਾ ਜੀ ਇਸ ਕਮਿਸ਼ਨ ਦਾ, ਤੇ ਇਹਦੇ ਥੱਲੇ ਜੀ 4 ਬੰਦੇ ਹੋਰ ਨਿਯੁਕਤ ਕੀਤੇ ਗਏ ਸੀਗੇ। ਉਹ 4 ਬੰਦਿਆਂ ਦੇ ਨਾਮ ਕੀ ਨੇ ਜੀ? ਇੱਕ ਦਾ ਨਾਮ ਸੀਗਾ ਜੀ ਜਸਟਿਸ ਤੇਜਾ ਸਿੰਘ, ਇੱਕ ਦਾ ਸੀਗਾ ਜਸਟਿਸ ਮੁਹੰਮਦ ਮੁਨੀਰ, ਇੱਕ ਦਾ ਨਾਮ ਸੀਗਾ ਜਸਟਿਸ ਦੀਨ ਮੁਹੰਮਦ ਜੀ, ਤੇ ਜੋ ਇੱਕ ਲਾਸਟ ਸੀਗੇ ਉਹਨਾਂ ਦਾ ਨਾਮ ਸੀਗਾ ਜਸਟਿਸ ਮੇਰ ਚੰਦ ਮਹਾਜਨ। ਤਾਂ ਪੰਜਾਬ ਬਾਉਂਡਰੀ ਕਮਿਸ਼ਨ ਦੇ ਵਿੱਚ ਜੀ, ਜੋ ਕਿ 20 ਜੂਨ 1947 ਨੂੰ ਬਣਿਆ ਜੀ, ਜੋ ਸਰ ਸੀਰੀਅਲ ਰੈਡਕਲਿਫ ਸੀਗਾ ਜੀ ਅੰਗਰੇਜ਼ਾਂ ਦਾ ਬੰਦਾ, ਇਸ ਦਾ ਹੈਡ ਸੀਗਾ ਜੀ, ਤੇ ਆਪਣੇ ਜੀ 4 ਬੰਦੇ ਇਹਦੇ ਥੱਲੇ ਕੰਮ ਕੀਤੇ ਸੀਗੇ, ਜਿਨ੍ਹਾਂ ਨੇ ਕਿ ਜੀ ਪੰਜਾਬ ਦਾ ਤੇ ਪਾਕਿਸਤਾਨ ਦੀ ਜੋ ਹੱਦ ਸੀਗੀ ਜੀ ਜਿਹਨੂੰ ਤਿਆਰ ਕੀਤਾ ਸੀ। ਪੰਜਾਬ ਨੂੰ ਜਦੋਂ ਵੰਡਿਆ ਜੀ ਤਾਂ ਇਹ 4 ਬੰਦਿਆਂ ਨੇ ਹੈਲਪ ਕੀਤੀ ਸੀਗੀ ਸਰ ਰੈਡਕਲਿਫ ਦੀ ਜੀ। ਆਪਾਂ ਇਹਨਾਂ ਦੇ ਨਾਮ ਤੋਂ ਹੀ ਜੀ, ਜੋ ਆਪਾਂ ਕਈ ਵਾਰੀ ਕੁਐਸਚਨ ਆਉਂਦਾ ਹੁੰਦਾਗਾ ਕਿ ਜੋ ਆਪਣੇ ਪੰਜਾਬ ਜੋ ਆਪਣੇ ਭਾਰਤ ਦੀ ਤੇ ਪਾਕਿਸਤਾਨ ਦੀ ਸੀਮਾ ਹੈਗੀ, ਜਦੋਂ ਆਪਾਂ ਕਿਸ ਨਾਮ ਨਾਲ ਜਾਣਦੇ ਤਾਂ ਉਹਨੂੰ ਆਪਾਂ ਰੈਡਕਲਿਫ ਦੇ ਨਾਮ ਨਾਲ ਜਾਣਦੇ ਆ। ਉਹ ਇਸੇ ਕਰਕੇ ਹੀ ਹੈਗਾ ਜੀ, ਕਿਉਂਕਿ ਐਸੇ ਨੇ ਹੀ ਉਹ ਜੋ ਸੀਮਾ ਸੀਗੀ ਜੋ ਉਹਨੂੰ ਬਣਾਈ ਸੀਗੀ। ਠੀਕ ਹੈ, ਜਦੋਂ ਇਹਨਾਂ ਨੇ ਪ੍ਰਸਤਾਵ ਦਿੱਤਾ ਸੀਗਾ ਜੀ, ਜੋ ਸਰਕਾਰ ਸੀਗੀ ਬਰਤਾਨਵੀ, ਇਹਨਾਂ ਨੇ ਪ੍ਰਸਤਾਵ ਦਿੱਤਾ ਸੀਗਾ ਵੀ ਜੋ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਦੇਖਦੇ ਹੋਏ ਅਸੀਂ ਦੇਸ਼ ਦੇ 2 ਹਿੱਸੇ ਕਰਨ ਜਾ ਰਹੇ ਹਾਂ। ਤਾਂ ਜੋ ਕਾਂਗਰਸੀ ਸੀਗੇ ਉਸ ਟਾਈਮ ਉੱਤੇ, ਤੇ ਜਿਹੜੇ ਉਸ ਟਾਈਮ ਉੱਤੇ ਮੁਸਲਿਮ ਲੀਗ ਦੇ ਬੰਦੇ ਸੀਗੇ, ਜੇ ਤਾਂ ਉਹ ਗੱਲ ਨੂੰ ਇਹਨਾਂ ਨੂੰ ਨਾ ਮੰਨਦੇ ਵੀ ਅਸੀਂ 2 ਹਿੱਸੇ ਨਹੀਂ ਹੋਣ ਦੇਣੇ, ਤਾਂ ਇੱਕੇ ਵਿੱਚ ਹੀ ਰਵਾਂਗੇ, ਤਾਂ ਸ਼ਾਇਦ ਜੀ 2 ਟੋਟੇ ਨਾ ਹੁੰਦੇ। ਪਰ ਉਹਨਾਂ ਦੋਵੇਂ ਹੀ ਐਗਰੀ ਹੋ ਗਏ ਸੀਗੇ ਵੀ ਹਾਂ ਵੀ ਤੁਸੀਂ ਟੋਟੇ ਕਰਤੇ। ਤਾਂ ਇਸੇ ਕਰਕੇ ਜੀ 2 ਟੋਟੇ ਕੀਤੇ ਗਏ ਸੀਗੇ। ਉਸ ਤੋਂ ਬਾਅਦ ਇਹ ਪੰਜਾਬ ਬਾਉਂਡਰੀ ਕਮਿਸ਼ਨ ਬਣਿਆ ਸੀਗਾ ਜੀ, ਜਿਹਦੇ ਵਿੱਚ ਕਿ ਪੰਜਾਬ ਨੂੰ ਵੰਡਿਆ ਜੀ। ਉਸ ਟਾਈਮ ਉੱਤੇ ਜੀ ਜਦੋਂ 1947 ਦੇ ਵਿੱਚ ਜਦੋਂ ਇਹਨੂੰ ਵੰਡਿਆ ਗਾ ਜੀ ਪੰਜਾਬ ਨੂੰ, ਤਾਂ ਪੰਜਾਬ ਦਾ ਉਸ ਟਾਈਮ ਉੱਤੇ ਜੋ ਏਰੀਆ ਸੀਗਾ ਜੀ ਉਹ ਸੀਗਾ ਜੀ 96,754 ਕਿਲੋਮੀਟਰ ਸਕੁਅਰ। ਠੀਕ ਹੈ, ਤਾਂ 1947 ਦੇ ਵਿੱਚ ਜੀ ਜੇ ਆਪਾਂ ਨੂੰ ਪੰਜਾਬ ਦਾ ਖੇਤਰਫਲ ਪੁੱਛਣ ਤਾਂ ਕਿੰਨਾ ਸੀਗਾ, ਉਹ ਸੀਗਾ ਆਪਣਾ ਜੀ 96,754 ਕਿਲੋਮੀਟਰ ਸਕੁਅਰ। ਉਸ ਤੋਂ ਬਾਅਦ ਜੀ ਕੀ ਹੋਇਆ ਸੀਗਾ, ਇੱਕ ਆਪਾਂ ਇਹਦੇ 'ਚ ਹੋਰ ਲਿਖਾਂਗੇ ਜੀ ਕਿ ਉਸ ਟਾਈਮ ਉੱਤੇ ਜੀ ਪੰਜਾਬ ਦੇ 1947 ਤੋਂ ਪਹਿਲਾਂ ਪੰਜਾਬ ਦੇ ਵਿੱਚ 29 ਜ਼ਿਲ੍ਹੇ ਸੀਗੇ, ਜਿਨ੍ਹਾਂ ਵਿੱਚੋਂ ਜੀ 13 ਡਿਸਟ੍ਰਿਕਾਂ ਆਪਣੇ ਹੋਣ ਵਾਲੇ ਪੰਜਾਬ ਨੂੰ ਦੇ ਦਿੱਤੀਆਂ ਗਈਆਂ ਸੀਗੀਆਂ। ਠੀਕ ਹੈ ਜੀ, ਜਿਹੜਾ ਉਸ ਟਾਈਮ ਦੇ ਪੰਜਾਬ ਸੀਗਾ ਜੀ ਉਹਦੇ ਵਿੱਚ ਹਰਿਆਣਾ ਵੀ ਵਿੱਚ ਸੀਗਾ ਜੀ,
ਆਦਾ ਪੰਜਾਬ ਤਾਂ ਸੀਗਾ ਜੀ, ਨਾਲ ਹਿਮਾਚਲ ਪ੍ਰਦੇਸ਼ ਵੀ ਸੀਗਾ ਜੀ। ਠੀਕ ਹੈ ਜੀ, ਤਾਂ ਇਹ ਤਿੰਨੇ ਇਹਦੇ ਵਿੱਚ ਇਨਕਲੂਡ ਸੀਗੇ ਜੀ। ਉਸ ਤੋਂ ਬਾਅਦ ਆਪਣਾ ਜੀ ਇੰਨੇ ਹੈ ਜੀ ਫਿਲਹਾਲ, ਤੁਸੀਂ ਇਹਨੂੰ ਨੋਟ ਕਰੋ ਜੀ। ਉਸ ਤੋਂ ਬਾਅਦ ਆਪਾਂ ਜੀ ਜੋ ਪੈਪਸੂ ਸੀਗਾ ਜੀ, ਪੈਪਸੂ ਕਿੱਦਾਂ ਬਣਿਆ ਆਪਾਂ ਇਸ ਨੂੰ ਪੜਾਂਗੇ ਜੀ। ਤੁਸੀਂ ਇਹਨੂੰ ਇੰਨੇ ਲਿਖੋ ਜੀ, ਤੁਸੀਂ ਲਿਖ ਲਿਆ ਹੋਏਗਾ ਜੀ। ਅੱਗੇ ਆਪਾਂ ਕਰਨਾ ਸੀ ਪੈਪਸੂ। ਪੈਪਸੂ ਦੀ ਸਾਰਿਆਂ ਨਾਲੋਂ ਪਹਿਲਾਂ ਤਾਂ ਫੁੱਲ ਫਾਰਮ ਜੀ, ਪਟਿਆਲਾ ਈਸਟ ਪੰਜਾਬ ਸਟੇਟ ਯੂਨੀਅਨ ਜੀ। ਉਸ ਤੋਂ ਬਾਅਦ ਇਹਦੀ ਸਥਾਪਨਾ ਕਦੋਂ ਹੋਈ ਹੈ ਜੀ? ਇਹ ਹੋਈ ਹੈ ਜੀ 15 ਜੁਲਾਈ 1948 ਨੂੰ ਜੀ। ਠੀਕ ਹੈ ਜੀ, ਆਹ ਤੁਸੀਂ ਯਾਦ ਰੱਖਣੇ। ਜਦੋਂ ਇਹ ਬਣਿਆ ਜੀ ਤਾਂ ਇਹਦਾ ਜੀ ਗਵਰਨਰ ਕਿਹਨੂੰ ਬਣਾਇਆ ਗਿਆ ਸੀਗਾ? ਇਹਦਾ ਗਵਰਨਰ ਸੀਗਾ ਜੀ ਮਹਾਰਾਜਾ ਯਾਦਵਿੰਦਰ ਸਿੰਘ, ਤੇ ਜੋ ਮੁੱਖ ਮੰਤਰੀ ਸੀ ਜੀ ਉਸ ਦਾ ਨਾਮ ਸੀਗਾ ਜੀ ਗਿਆਨ ਸਿੰਘ ਰਾਰੇਵਾਲਾ। ਇੱਕ ਪੈਪਸੂ ਦੇ ਵਿੱਚ ਆਪਾਂ ਯਾਦ ਰੱਖਣਾ ਹੁੰਦਾ ਜੀ ਕਿ ਇਹਦੇ ਵਿੱਚ ਕਿੰਨੀਆਂ ਰਿਆਸਤਾਂ ਆਉਂਦੀਆਂ ਨੇ ਜੀ। ਠੀਕ ਹੈ ਜੀ, ਤਾਂ ਇਹਦੇ ਵਿੱਚ ਰਿਆਸਤਾਂ ਸੀਗੀਆਂ ਜੀ, ਆਪਾਂ ਕਰਦੇ ਹਾਂ। ਸਭ ਤੋਂ ਪਹਿਲੀ ਜੀ ਪਟਿਆਲਾ, ਪਹਿਲਾਂ ਲਿਖ ਲੈਣਾ ਜੀ ਕਿ 8 ਰਿਆਸਤਾਂ ਆਉਂਦੀਆਂ ਨੇ ਇਹਦੇ ਵਿੱਚ ਜੀ। 8 ਰਿਆਸਤਾਂ ਕਿਹੜੀਆਂ ਕਿਹੜੀਆਂ ਨੇ? ਤਾਂ ਪਟਿਆਲਾ ਜੀ, ਇੱਕ ਜੀ ਨਾਭਾ, ਇੱਕ ਹੈਗੀ ਕਲਸੀਆਂ, ਇੱਕ ਸੀਗੀ ਜੀ ਜੀਂਦ, ਇੱਕ ਦਾ ਨਾਂ ਸੀ ਜੀ ਨਾਲਾਗੜ੍ਹ, ਇੱਕ ਦਾ ਨਾਂ ਸੀ ਜੀ ਕਪੂਰਥਲਾ, ਤੇ ਇੱਕ ਦਾ ਨਾਂ ਹੈਗਾ ਜੀ ਫਰੀਦਕੋਟ। ਤੇ ਇੱਕ ਇਹਦੇ ਚ ਹੋਰ ਸੀ ਜੀ, ਉਹਦਾ ਨਾਮ ਸੀਗਾ ਮਲੇਰਕੋਟਲਾ ਜੀ। ਤਾਂ ਇੰਨਾ ਕੁ ਆਪਾਂ ਪੈਪਸੂ ਦੇ ਵਿੱਚ ਪੜ੍ਹਨਾ ਹੁੰਦਾ ਜੀ। ਇੱਕ ਜੀ ਪੈਪਸੂ ਦੇ ਨਾਲ ਰਿਲੇਟਡ ਜੀ ਕੁਐਸਚਨ ਆਇਆ ਸੀਗਾ SI ਦੇ ਵਿੱਚ, ਜੋ 2021 ਦੇ ਵਿੱਚ ਹੋਇਆ ਜੀ। SI ਦੇ ਵਿੱਚ ਕੁਐਸਚਨ ਕਿੱਦਾਂ ਪੁੱਛਿਆ ਸੀਗਾ ਕਿ ਪੈਪਸੂ ਦੇ ਵਿੱਚ ਜੀ ਜਿਹੜੇ 1952 ਦੇ ਵਿੱਚ ਇਲੈਕਸ਼ਨ ਹੋਏ ਸੀਗੇ ਜੀ, ਉਹਦੇ ਵਿੱਚ ਜੀ ਕਿਹੜੀ ਪਾਰਟੀ ਜਿੱਤੀ ਸੀਗੀ ਜੀ? ਤਾਂ ਉਹਦੇ ਵਿੱਚ ਜਿੱਤੀ ਸੀ ਪਾਰਟੀ ਜੀ ਕਾਂਗਰਸ। ਕਾਂਗਰਸ ਪਾਰਟੀ born in legislative assembly in 1952। ਤਾਂ ਇੰਨਾ ਕੁ ਆਪਾਂ ਪੈਪਸੂ ਦੇ ਬਾਰੇ ਯਾਦ ਰੱਖਣਾ ਜੀ। ਉਸ ਤੋਂ ਬਾਅਦ ਜੀ ਕੀ ਹੋਇਆ ਸੀਗਾ, ਇੱਕ ਸੱਚ ਇਹਦੇ ਵਿੱਚ ਵੀ ਤੁਸੀਂ ਯਾਦ ਰੱਖੋ ਚੀਜ਼ ਜੀ, ਜਿਹੜਾ ਆਪਣਾ ਇਹ ਪੰਜਾਬ ਦਾ ਲਾਸਟ ਅੰਤਿਮ ਗਵਰਨਰ, ਇਹਦਾ ਨਾਮ ਸੀਗਾ ਜੀ ਇਵਾਨ ਮੈਰਾਦਿਤ ਜੈਨਕਿੰਸ। ਇਹ ਵੀ ਕੁਐਸਚਨ SI ਦੇ ਵਿੱਚ ਪੁੱਛਿਆ ਗਿਆ ਸੀਗਾ। ਆ ਦੋ ਕੁਐਸਚਨ ਜੀ 2021 ਦਾ ਜੋ SI ਦਾ ਪੇਪਰ ਹੋਇਆ ਸੀਗਾ ਜੀ, ਉਹਦੇ ਵਿੱਚ ਆਏ ਹੋਏ ਨੇ ਜੀ। ਇੱਕ ਵਾਰੀ ਆਪਾਂ ਰਿਵਾਈਜ਼ ਕਰਦੇ ਹਾਂ। ਪ੍ਰਦੇਸ਼ ਦਾ ਨਿਰਮਾਣ ਵਿੱਚ ਕੀ ਸੀਗਾ ਜੀ? 1947 ਵਿੱਚ ਜੀ ਜਦੋਂ ਭਾਰਤ ਤੇ ਪਾਕਿਸਤਾਨ ਜੀ ਦੋ ਦੇਸ਼ ਬਣਾਏ ਗਏ, ਤਾਂ ਉਦੋਂ ਇੱਕ ਜੀ ਕਮਿਸ਼ਨ ਆਇਆ। ਠੀਕ ਹੈ ਜੀ, ਕਿਹਦੇ ਅੰਡਰ ਆਇਆ ਸੀਗਾ ਜੀ? ਰੈਡਕਲਿਫ ਦੇ ਅੰਡਰ, ਜਿਹਨੇ ਕਿ ਜੀ ਪੰਜਾਬ ਬਾਉਂਡਰੀ ਕਮਿਸ਼ਨ ਦੀ ਅਧਿਕਸ਼ਤਾ ਕੀਤੀ ਸੀਗੀ ਜੀ। ਇਹਦੇ ਨਾਲ ਜੀ 4 ਬੰਦੇ ਹੋਰ ਸੀਗੇ ਜੀ, ਜਸਟਿਸ ਤੇਜਾ ਸਿੰਘ, ਜਸਟਿਸ ਮੁਹੰਮਦ ਮਨੀਰ, ਜਸਟਿਸ ਦੀਨ ਮੁਹੰਮਦ, ਜਸਟਿਸ ਮੀਰਚੰਦ ਮਹਾਜਨ ਸੀਗਾ। ਤੇ 1947 ਦੇ ਵਿੱਚ ਜੇ ਆਪਾਂ ਪੁੱਛਿਆ ਜੀ ਪੰਜਾਬ ਦਾ ਆਪਣਾ ਏਰੀਆ ਕਿੰਨਾ ਸੀਗਾ ਜੀ, ਤਾਂ ਏਰੀਆ ਸੀਗਾ ਜੀ 96,754 ਕਿਲੋਮੀਟਰ ਸਕੁਅਰ ਜੀ। ਤੇ ਅੱਜ ਦੇ ਟਾਈਮ ਵਿੱਚ ਇਹ ਜੀ ਆਪਣਾ 50,362 ਰਹਿ ਚੁੱਕਿਆ ਜੀ। ਤੇ ਉਸ ਟਾਈਮ ਉੱਤੇ ਜੀ ਡਿਸਟ੍ਰਿਕਾਂ ਸੀਗੀਆਂ ਪੰਜਾਬ ਦੀਆਂ 13 ਡਿਸਟ੍ਰਿਕਾਂ ਜੀ, ਜਿਹਦੇ ਵਿੱਚ ਕਿ ਹਰਿਆਣਾ ਵੀ ਆਉਂਦਾ ਸੀਗਾ ਜੀ ਆਪਣਾ, ਤੇ ਹਿਮਾਚਲ ਪ੍ਰਦੇਸ਼ ਵੀ ਇਹਦੇ ਅੰਡਰ ਹੀ ਆਉਂਦਾ ਸੀਗਾ।
ਪੰਜਾਬ ਦੇ। ਤੇ ਇੱਕ ਜੀ ਆਪਾਂ ਨੂੰ ਐਸੇ ਦਾ ਕੁਐਸਚਨ ਸੀਗਾ ਕਿ ਪੰਜਾਬ ਦਾ ਅੰਤਿਮ ਗਵਰਨਰ ਕੌਣ ਹੈ ਜੀ, ਤਾਂ ਉਹ ਸੀਗਾ ਜੀ ਇਵਾਨ ਮੈਰਾਡਿਥ ਜੈਨਕਿੰਸ ਜੀ। ਤੇ ਪੈਪਸੂ ਦੇ ਵਿੱਚ ਆਪਾਂ ਪੜ੍ਹਿਆ ਜੀ, ਇਹਦੀ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਫੁੱਲ ਫਾਰਮ ਜੀ ਪੰਜਾਬ ਪਟਿਆਲਾ ਈਸਟ ਪੰਜਾਬ ਸਟੇਟ ਯੂਨੀਅਨ। ਇਹਦੀ ਸਥਾਪਨਾ ਕਦੋਂ ਹੋਈ? ਸਥਾਪਨਾ ਹੋਈ ਸੀਗੀ ਇਹਦੀ ਜੀ 15 ਜੁਲਾਈ 1948 ਨੂੰ। ਤੇ ਪਹਿਲਾ ਗਵਰਨਰ ਇਹਦਾ ਕੌਣ ਸੀਗਾ ਜੀ? ਉਹ ਸੀਗਾ ਮਹਾਰਾਜਾ ਯਾਦਵਿੰਦਰ ਸਿੰਘ। ਮੁੱਖ ਮੰਤਰੀ ਸੀਗਾ ਜੀ ਗਿਆਨ ਸਿੰਘ ਰਾਰੇਵਾਲਾ। ਤੇ 8 ਰਿਆਸਤਾਂ ਦਾ ਇੱਕ ਜੀ ਇਹ ਗਰੁੱਪ ਸੀਗਾ ਜੀ। ਤਾਂ ਇਹਦੇ ਵਿੱਚ ਰਿਆਸਤਾਂ ਸੀਗੀਆਂ ਪਟਿਆਲਾ, ਨਾਭਾ, ਕਲਸੀਆਂ, ਜੀਂਦ, ਨਾਲਾਗੜ੍ਹ, ਕਪੂਰਥਲਾ, ਫਰੀਦਕੋਟ, ਮਲੇਰਕੋਟਲਾ ਜੀ। ਤਾਂ ਇਹ 8 ਰਿਆਸਤਾਂ ਸੀਗੀਆਂ ਜੋ ਉਹਦੇ ਅੰਡਰ ਸੀਗੀਆਂ। ਤਾਂ ਉਸ ਤੋਂ ਬਾਅਦ ਆਪਾਂ ਪੜ੍ਹਨਾ ਇੱਕ ਆਪਾਂ ਇਹਦੇ ਚ ਰਹਿ ਗਿਆ ਜੀ ਕਿ ਜਦੋਂ 1947 ਦੇ ਵਿੱਚ ਪੰਜਾਬ ਦਾ ਜੀ ਪਹਿਲਾ ਜੋ ਆਪਣਾ ਮੁੱਖ ਮੰਤਰੀ ਸੀਗਾ ਪੰਜਾਬ ਦਾ ਪਹਿਲਾ, ਉਹ ਕੌਣ ਸੀਗਾ ਜੀ? ਤਾਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਸੀਗਾ ਜੀ ਤਾਂ ਉਹਦਾ ਨਾਮ ਸੀਗਾ ਜੀ ਗੋਪੀ ਚੰਦ ਭਾਰਗਵ। ਵੈਸੇ ਤੁਹਾਨੂੰ ਇਹ ਚੀਜ਼ ਮੈਂ ਪਹਿਲਾਂ ਲਿਖਵਾਤੀ ਸੀਗੀ ਜੋ ਆਪਣੀ ਪਹਿਲੀ ਵੀਡੀਓ ਸੀਗੀ ਜੀ, ਬਟ ਉਰੇ ਵੀ ਤੁਸੀਂ ਯਾਦ ਰੱਖਣਾ ਹੈ ਜੀ ਇਹ ਚੀਜ਼ਾਂ। ਤਾਂ ਉਸ ਤੋਂ ਬਾਅਦ ਆਪਾਂ ਪੜਾਂਗੇ ਜੀ 1956 ਤੋਂ ਬਾਅਦ ਜੀ, ਜਦੋਂ ਕਿ ਪੈਪਸੂ ਨੂੰ ਪੰਜਾਬ ਦੇ ਵਿੱਚ ਮਿਲਾ ਦਿੱਤਾ ਸੀਗਾ। ਠੀਕ ਹੈ ਜੀ, ਇਹਨੂੰ ਤੁੱਕੇ ਨਾਲ ਤੁਸੀਂ ਲਿਖੋ ਜੀ। ਉਸ ਤੋਂ ਬਾਅਦ ਆਪਾਂ ਅੱਗੇ ਲਿਖਦੇ ਹਾਂ। ਆਪਾਂ ਜੀ ਪੈਪਸੂ ਬਾਰੇ ਪੜ੍ਹ ਚੁੱਕੇ ਹਾਂ ਜੀ। ਤੇ ਉਸ ਤੋਂ ਬਾਅਦ ਜੀ 1947 ਤੋਂ ਬਾਅਦ ਜੀ ਪੰਜਾਬ ਬਣਿਆ। ਠੀਕ ਹੈ ਜੀ, ਕਿੱਦਾਂ ਬਣਿਆ, ਕਿੰਨਾ ਖੇਤਰਫਲ ਵਗੈਰਾ ਸੀਗਾ, ਸਾਰਾ ਕੁਛ ਆਪਾਂ ਕਰ ਚੁੱਕੇ ਹਾਂ। ਆਪਾਂ ਹੁਣ ਦੇਖਣਾ ਹੈਗਾ ਜੀ ਕਿ ਜਦੋਂ ਹੀ ਪੰਜਾਬ ਆਪਣਾ ਬਣ ਗਿਆ ਜੀ, ਪੰਜਾਬ ਬਣਨ ਤੋਂ ਬਾਅਦ ਜੀ ਪੰਜਾਬ ਦੇ ਵਿੱਚ ਥੋੜਾ ਜਿਹਾ ਰੌਲਾ ਰਿਹਾ ਕਿਸ ਗੱਲ ਦਾ ਕਿ ਇੱਥੇ ਜੀ ਹਿੰਦੂ ਜੋ ਹਿੰਦੀ ਬੋਲਦੇ ਸੀ ਜੀ ਉਹ ਵੀ ਲੋਕ ਆਉਂਦੇ ਸੀ ਜੀ। ਤਾਂ ਜੋ ਪੰਜਾਬ ਵਾਲੇ ਸੀਗੇ ਜੀ ਇਹ ਚਾਹੁੰਦੇ ਸੀਗੇ ਕਿ ਅਸੀਂ ਸਿਰਫ ਇੱਕ ਹੀ ਸਾਡਾ ਏਰੀਆ ਹੋਵੇ ਜਿੱਥੇ ਕਿ ਜ਼ਿਆਦਾ ਸਿੱਖਾਂ ਦੀ ਆਬਾਦੀ ਹੋਵੇ। ਤਾਂ ਇਹ ਕੀ ਹੋਇਆ, ਜੋ ਹਿੰਦੀ ਵਾਲੇ ਸੀ ਉਹ ਵੀ ਇਹੀ ਗੱਲ ਚਾਹੁੰਦੇ ਸੀਗੇ ਜੀ, ਕਿਉਂਕਿ ਜੀ ਪੰਜਾਬ ਇੱਕ ਸੀਗਾ ਜੀ। ਠੀਕ ਹੈ ਜੀ, ਤੇ ਇਹਦੇ ਵਿੱਚ ਜੀ ਕੀ ਸੀਗਾ, ਜੇ ਇਹਦੇ ਚ ਇੱਕ ਵਾਰੀ ਵੀ ਜੋ ਪੰਜਾਬੀ ਸੀਗੀ ਜੀ, ਠੀਕ ਆ, ਉਹਨੂੰ ਜੀ ਅਫੀਸ਼ੀਅਲੀ ਕਰਤਾ ਵੀ ਜੋ ਪੰਜਾਬੀ ਹੈ ਹਰ ਇੱਕ ਪੰਜਾਬ ਦੇ ਬੰਦੇ ਨੂੰ ਪੜ੍ਹਨੀ ਪਊਗੀ। ਹੁਣ ਜੀ ਪੰਜਾਬ ਦੇ ਵਿੱਚ ਜੋ ਹਿੰਦੀ ਬੋਲਦੇ ਸੀ ਉਹ ਵੀ ਬੰਦੇ ਹੁੰਦੇ ਸੀ ਉਦੋਂ ਜੀ, ਕਿਉਂਕਿ ਜਿਹੜੇ ਹਰਿਆਣੇ ਦਾ ਜੀ ਆਪਾਂ ਲਾਈਏ ਜੀ, ਜੋ ਪੱਟੀ ਆਪਣੀ ਹਰਿਆਣੇ ਦੀ ਯੂਪੀ ਨਾਲ ਲੱਗਦੇ ਜੀ, ਉਧਰਲੇ ਮੋਸਟਲੀ ਹਿੰਦੀ ਬੋਲਦੇ ਨੇ। ਜਿਵੇਂ ਗੁੜਗਾਵਾਂ ਦਾ ਏਰੀਆ ਲਾ ਲਈਏ ਜੀ, ਹਿਸਾਰ ਦਾ ਲਾ ਲਈਏ ਜੀ, ਰੋਹਤਕ ਦਾ ਲਾ ਲਈਏ ਜੀ। ਤਾਂ ਇੱਧਰਲਾ ਜੋ ਵੀ ਏਰੀਆ ਹੈਗਾ ਜੀ ਉਹ ਸਾਰਾ ਦਾ ਸਾਰਾ ਜੀ ਪੰਜਾਬੀ ਨਾ ਬੋਲ ਕੇ ਹਿੰਦੀ ਨੂੰ ਪ੍ਰੈਫਰੈਂਸ ਜ਼ਿਆਦਾ ਦਿੰਦਾ ਜੀ। ਤਾਂ ਉਹਨਾਂ ਨੇ ਉਦੋਂ ਹੀ ਇਸ ਗੱਲ ਦਾ ਮੁੱਦਾ ਚੱਕਿਆ, ਕਹਿੰਦੇ ਵੀ ਅਸੀਂ ਕਿਉਂ ਪੰਜਾਬੀ ਪੜ੍ਹੀਏ। ਤਾਂ ਇਸੇ ਗੱਲ ਕਰਨੀ ਜੀ ਇਹਨਾਂ ਦਾ ਕਲੇਸ਼ ਚੱਲਦਾ ਰਿਹਾ ਸੀਗਾ ਪੰਜਾਬ ਦਾ। ਪੰਜਾਬ ਵਾਲੇ ਕਹਿੰਦੇ ਸੀ ਕਿ ਵੀ ਸਾਨੂੰ ਅਲੱਗ ਕਰ ਦਿਓ, ਜਿਹੜੇ ਹਿੰਦੀ ਬੋਲਦੇ ਨੇ ਉਹਨਾਂ ਤੋਂ, ਅਸੀਂ ਆਪਦਾ ਅਲੱਗ ਬਣਾ ਕੇ ਰਹਿਣਾ ਚਾਹੁੰਦੇ। ਤਾਂ ਕੀ ਹੋਇਆ ਜੀ, ਇਹਨਾਂ ਦਾ ਕੇਸ ਜਦੋਂ ਇਹਨਾਂ ਦਾ ਕੇਸ ਸੰਸਦ ਦੇ ਵਿੱਚ ਗਿਆ, ਠੀਕ ਹੈ, ਤਾਂ ਉਹਨਾਂ ਨੇ ਕੀ ਕੀਤਾ ਜੀ 1953 ਦੇ ਵਿੱਚ ਜੀ ਅਯੋਗ ਬਣਿਆ ਸੀਗਾ ਜਿਹੜਾ ਜੀ ਫਜ਼ਲ ਅਲੀ ਅਯੋਗ। ਇਸ ਨੇ ਇਹਨਾਂ ਦਾ ਕੇਸ ਸੌਂਪਤਾ ਜੀ, ਕਹਿੰਦਾ ਵੀ ਤੁਸੀਂ ਕੀ ਹੈ, ਇਹਦਾ ਕੰਮ ਕੀ ਸੀਗਾ ਜੀ, ਇਹਦਾ ਕੰਮ ਸੀਗਾ ਜੀ ਕਿ ਸਟੇਟਾਂ ਬਣਾਉਣੀਆਂ ਜੀ। ਠੀਕ ਹੈ ਜੀ, ਤਾਂ ਸੀਮਾ ਬਣਾਈ ਜਾਂਦੇ ਸੀਗੇ ਸਟੇਟਾਂ ਦੀਆਂ। ਤਾਂ ਕਹਿੰਦੇ ਵੀ ਤੂੰ ਇਹਨਾਂ ਦਾ ਵੀ ਕੇਸ ਰੱਖ, ਵੀ ਇਹਨਾਂ ਦਾ ਇਹ ਵੀ ਥੋੜਾ ਉਹ ਕਰੀ ਜਾਂਦੇ ਨੇ ਕਲੇਸ਼ ਹੈਗਾ ਕਿ ਇਹਨਾਂ ਦਾ ਵੀ ਜੋ ਭਾਸ਼ਾ ਦੇ ਆਧਾਰ ਦੇ ਉੱਤੇ। ਤਾਂ ਫਜ਼ਲ ਅਲੀ ਅਯੋਗ ਨੇ 1956 ਵਿੱਚ ਜਦੋਂ ਆਪਦੀ ਰਿਪੋਰਟ ਇਹਨੇ ਦਿੱਤੀ ਹੈ, ਤਾਂ ਉਦੋਂ ਇਹਨੇ ਜੀ ਪੰਜਾਬ ਦਾ ਕੋਈ ਹਿੱਸਾ ਨਹੀਂ ਕੀਤਾ ਜੀ। ਇਹ ਕਹਿੰਦਾ ਵੀ ਇਹ ਤਾਂ ਨੋਰਮਲ ਗੱਲ ਹੈ, ਤਾਂ ਕੋਈ ਦਿੱਕਤ ਵਾਲੀ ਗੱਲ ਹੈ ਨੀ ਗੀ। ਠੀਕ ਹੈ, ਵੀ ਇਹ ਕੋਈ ਬੜਾ ਵੱਡਾ ਮੁੱਦਾ ਹੈ ਨਹੀਂਗਾ। ਤਾਂ ਇਹਨੂੰ ਪੰਜਾਬ ਇਹਨੂੰ ਜੀ ਜੋ ਪੂਰਾ ਸੀਗਾ ਜੀ ਉਸ ਟਾਈਮ ਉੱਤੇ ਹਰਿਆਣਾ ਵੀ ਵਿੱਚ ਹੀ ਸੀਗਾ, ਹਿਮਾਚਲ ਪ੍ਰਦੇਸ਼ ਵੀ ਵਿੱਚ ਸੀਗਾ ਜੀ। ਤਾਂ ਉਹਨੂੰ ਕਹਿੰਦਾ ਵੀ ਕੋਈ ਇਹਨੂੰ ਲੋੜ ਹੈ ਨਹੀਂ ਕਿ ਹਿੱਸਿਆਂ ਵਿੱਚ ਵੰਡਣ ਦੀ, ਇਹਨੂੰ ਏਦਾਂ ਹੀ ਰਹਿਣ ਦਿਓ। ਤਾਂ 1956 ਵਿੱਚ ਇਹਨੇ ਕੋਈ ਵੀ ਉਹਦੇ ਉੱਤੇ ਮਤਲਬ ਕਿ ਕਹਿੰਦਾ ਕੋਈ ਵੀ ਕੰਮ ਨਹੀਂ ਕੀਤਾ ਜੀ, ਉਸ ਨੂੰ ਉਦਾਂ ਹੀ ਪਿਆ ਰਿਹਾ ਜੀ ਕੇਸ। ਠੀਕ ਹੈ, ਇੱਕ ਜੀ ਭੀਮ ਸੈਨ ਸੱਚਰ ਸੀ ਆਪਣੀ ਜੋ ਸੀਐਮ ਹੋਏ ਸੀਗੇ ਜੀ, ਤੇ ਇੱਕ ਸੀਗੇ ਜੀ ਗਿਆਨੀ ਕਰਤਾਰ ਸਿੰਘ ਜੀ। ਇਹਨਾਂ ਦੋਹਾਂ ਨੇ ਮਿਲ ਕੇ ਜੀ ਇੱਕ ਫਾਰਮੂਲਾ ਦਿੱਤਾ ਜਿਹਦਾ ਨਾਮ ਦਿੱਤਾ ਗਿਆ ਸੱਚਰ ਫਾਰਮੂਲਾ। ਸੱਚਰ ਫਾਰਮੂਲਾ ਵੀ ਕਿਹਦੇ ਤੇ ਕੰਮ ਕਰਦਾ ਸੀ, ਇਹ ਵੀ ਜੀ ਭਾਸ਼ਾ ਦੇ ਆਧਾਰ ਦੇ ਉੱਤੇ ਜੀ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡਤਾ ਜੀ। ਕੱਲਾ ਬਸ ਵੰਡਿਆ ਜੀ, ਇਹਦੇ ਵੀ ਕੋਈ ਨਾ ਜ਼ਿਆਦਾ ਚੱਲਿਆ ਨੀਗਾ ਜੀ ਜੋ ਸੱਚਰ ਫਾਰਮੂਲਾ ਸੀ। ਇਹਨਾਂ ਦਾ ਜੀ ਕੇਸ ਵੱਧਦਾ ਹੀ ਚੱਲਦਾ ਗਿਆ। ਜੋ ਪੰਜਾਬੀ ਭਾਸ਼ਾ ਬੋਲਦੇ ਸੀਗੇ ਤੇ ਜੋ ਹਿੰਦੀ ਭਾਸ਼ਾ ਬੋਲਦੇ ਸੀ ਜੀ, ਉਹਨਾਂ ਦੇ ਵਿਚਾਲੇ ਜੋ ਵਿਵਾਦ ਸੀਗਾ ਜ਼ਿਆਦਾ ਜਦੋਂ ਵੱਧ ਗਿਆ, ਤਾਂ ਕੀ ਹੋਇਆ ਜੀ 1966 ਦੇ ਵਿੱਚ ਜੀ ਇੱਕ ਆਯੋਗ ਦਾ ਗਠਨ ਕੀਤਾ ਜੀ।
ਉਹਦਾ ਨਾਮ ਸੀਗਾ ਜੀ ਪੰਜਾਬ ਪੁਨਰਗਠਨ ਆਯੋਗ। ਇਹਦਾ ਜਿਹਨੂੰ ਅਧਿਅਕਸ਼ ਬਣਾਇਆ ਗਿਆ ਜੀ, ਜਿਹੜਾ ਇਹਦਾ ਮੇਨ ਮੈਂਬਰ ਸੀ ਜੀ, ਠੀਕ ਹੈ ਜੀ, ਉਹ ਸੀਗਾ ਜੀ ਜੇ ਸੀ ਸ਼ਾਹ। ਤਾਂ ਇਸ ਨੂੰ ਜੀ ਮੇਨ ਮੈਂਬਰ ਬਣਾਇਆ ਗਿਆ ਜੀ, ਠੀਕ ਹੈ ਜੀ। ਤਾਂ ਇਹਦੇ ਅੰਡਰ ਜੀ ਦੋ ਬੰਦੇ ਕੰਮ ਹੋਰ ਕਰੀ ਜਾਂਦੇ ਸੀ, ਜਿਹਦਾ ਨਾਮ ਸੀਗਾ ਜੀ, ਇੱਕ ਤਾਂ ਸੀਗਾ ਜੀ ਐਸ ਦੱਤ ਤੇ ਇੱਕ ਦਾ ਨਾਮ ਸੀਗਾ ਜੀ ਐਮ ਫਿਲਿਪ। ਤਾਂ ਇਹ ਆਯੋਗ ਬਣਾਇਆ ਜੀ, ਠੀਕ ਹੈ ਜੀ। ਇਹਨਾਂ ਨੇ ਜੀ ਆਪਦੀ ਰਿਪੋਰਟ ਅਪ੍ਰੈਲ ਦੇ ਵਿੱਚ ਦੇ ਦਿੱਤਾ, ਅਪ੍ਰੈਲ ਦੇ ਵਿੱਚ ਤਾਂ ਇਹਨੂੰ ਬਣਾਏ ਸੀਗਾ ਆਯੋਗ ਨੂੰ ਜੀ, ਤੇ ਇਹਨੇ ਆਪਦੀ ਰਿਪੋਰਟ ਜੀ ਮਈ ਦੇ ਐਂਡ ਤੱਕ ਦੇ ਦਿੱਤੀ ਸੀਗੀ, ਜਦੋਂ ਤੇ ਕਾਰਵਾਈ ਚੱਲੀ। ਤੇ ਜੀ ਜੋ ਇਹ ਆਯੋਗ ਸੀਗਾ ਜੀ, ਇਸ ਨੂੰ ਸਤੰਬਰ ਦੇ ਵਿੱਚ ਜਾ ਕੇ ਜੀ ਕੰਪਲੀਟ ਕਰਤਾ, ਯਾਨੀ ਕਿ ਸਤੰਬਰ ਦੇ ਜਾ ਕੇ ਇਹਨੂੰ ਪਾਰਿਤ ਕਰਤਾ ਜੀ। ਸਤੰਬਰ ਵਿੱਚ ਪਾਰਿਤ ਕਰਨ ਤੋਂ ਬਾਅਦ ਜੀ ਕੀ ਹੋਇਆ, 1 ਨਵੰਬਰ 1966 ਨੂੰ ਜੀ ਪੰਜਾਬ ਦੇ ਟੋਟੇ ਕਰਤੇ ਜੀ। ਦੋ ਤਾਂ ਸਟੇਟਾਂ ਬਣੀਆਂ ਜੀ, ਤੇ ਇੱਕ ਜੋ ਜੀ ਆਪਣਾ ਪਹਾੜੀ ਵਾਲਾ ਏਰੀਆ ਸੀ ਜੀ, ਉਹਨੂੰ ਅਲੱਗ ਕੀਤਾ ਜੀ। ਤਾਂ ਜਾਣੀ ਕਿ ਇੱਕ ਤਾਂ ਜੀ ਪੰਜਾਬ ਬਣਿਆ ਜੀ, ਇੱਕ ਹਰਿਆਣਾ ਜੀ, ਤੇ ਇੱਕ ਸੀਗਾ ਜੀ ਹਿਮਾਚਲ ਪ੍ਰਦੇਸ਼। ਤਾਂ ਇਹ ਜੀ ਇਹਦੇ ਵਿੱਚ ਵੰਡਿਆ ਗਿਆ। ਤੇ ਜੋ ਆਪਣੇ ਚੰਡੀਗੜ੍ਹ ਸੀਗਾ ਜੀ, ਇਹਨੂੰ 1966 ਦੇ ਵਿੱਚ ਜੀ ਇੱਕ ਯੂਟੀ ਦਾ ਦਰਜਾ ਦੇ ਦਿੱਤਾ ਗਿਆ ਸੀਗਾ ਜੀ, ਤੇ ਨਾਲ ਦੀ ਨਾਲ ਇਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਵੀ ਬਣਾਤੀ ਸੀਗੀ। ਤਾਂ ਇੱਕ ਇਸ ਨੂੰ ਵੀ ਕਵਰ, ਇਹਨੂੰ ਵੀ ਲਿਖ ਲਓ ਜੀ। ਤੇ ਇਹਨਾਂ ਦੇ ਆਹ ਤਿੰਨ ਮੈਂਬਰਾਂ ਦੇ ਨਾਮ ਯਾਦ ਰੱਖਣੇ ਜੀ ਤੁਸੀਂ। ਤਾਂ ਇੰਨੀ ਸੀਗਾ ਜੀ ਇਹਦੇ ਵਿੱਚ। ਉਸ ਤੋਂ ਬਾਅਦ ਆਪਾਂ ਜੀ ਆਪਣੇ ਸੈਂਸਸ ਬਾਰੇ ਪੜਾਂਗੇ ਜੀ, ਸੈਂਸਸ ਕਰਾਂਗੇ ਆਪਾਂ ਜੀ ਇਸ ਤੋਂ ਬਾਅਦ ਹੀ, ਤੁਸੀਂ ਇਹਨੂੰ ਲਿਖ ਸਕਦੇ। ਆਪਾਂ ਇਹ ਟੌਪਿਕ ਸ਼ੁਰੂ ਕਰਨ ਲੱਗੇ ਹਾਂ ਸੈਂਸਸ। ਸੈਂਸਸ ਹੈਗਾ ਯਾਨੀ ਕਿ ਜਨਸੰਖਿਆ ਬਾਰੇ। ਜੋ ਆਪਣੀ ਜਨਸੰਖਿਆ ਹੈਗੀ ਜੀ, ਜਨਸੰਖਿਆ ਦਾ ਮੁੱਦਾ ਸ਼ੁਰੂ ਕਿੱਥੋਂ ਹੋਇਆ? ਸਭ ਤੋਂ ਪਹਿਲਾਂ ਜੀ ਜਨਸੰਖਿਆ ਜੋ ਹੋਈ ਸੀਗੀ ਜੀ, ਇਹ ਹੋਈ ਹੈ ਜੀ 1872 ਈਸਵੀ ਦੇ ਵਿੱਚ, ਠੀਕ ਹੈ। ਉਦੋਂ ਜੀ ਮੁਹਿੰਮ ਸ਼ੁਰੂ ਕੀਤੀ ਹੋਈ ਸੀਗੀ ਵੀ ਹਰ ਇੱਕ ਦੇਸ਼ ਦੀ ਆਪਾਂ ਜਨਸੰਖਿਆ ਦੇਖਣੀ ਹੈ। ਤਾਂ 1872 ਈਸਵੀ ਦੇ ਵਿੱਚ ਭਾਰਤ ਦੀ ਵਾਰੀ ਆਈ ਸੀਗੀ, ਠੀਕ ਹੈ। 1872 ਦੇ ਵਿੱਚ ਜਦੋਂ ਭਾਰਤ ਦੀ ਵਾਰੀ ਆਈ ਤਾਂ ਉਦੋਂ ਜਨਸੰਖਿਆ ਦੀ ਦੇਖੀ ਸੀਗੀ ਜੀ, ਇਹ ਪਹਿਲੀ ਵਾਰ ਗਣਨਾ ਸੀ ਜੀ, ਇਹ ਪਹਿਲੀ ਵਾਰ ਜਨਸੰਖਿਆ ਦੀ ਗਿਣਤੀ ਕੀਤੀ ਗਈ, ਠੀਕ ਹੈ ਜੀ, ਜੋ ਕਿ ਗੈਰ ਇਕਸਾਰ ਸੀ ਜੀ। ਗੈਰ ਇਕਸਾਰ ਦਾ ਮਤਲਬ ਕੀ ਸੀਗਾ ਕਿ ਕੋਈ ਰੂਟੀਨ ਹੈ ਨਹੀਂ ਸੀਗਾ ਜੀ ਕਿ ਆਪਾਂ ਜਨਸੰਖਿਆ ਨੂੰ ਕਿੱਦਾਂ ਆਪਾਂ ਜਨਸੰਖਿਆ ਦੀ ਗਿਣਤੀ ਕਰਨੀ। ਤਾਂ ਗੈਰ ਇਕਸਾਰ ਜੀ ਜੋ ਪਹਿਲੀ ਵਾਰ ਜਨਸੰਖਿਆ ਦੀ ਗਿਣਤੀ ਹੋਈ ਹੈ, ਉਹ ਹੋਈ ਹੈ ਜੀ 1872 ਦੇ ਵਿੱਚ। ਉਸ ਤੋਂ ਬਾਅਦ ਹੋਈ ਜੀ 1881 ਦੇ ਵਿੱਚ। ਹੁਣ ਤੁਸੀਂ ਇੱਥੇ ਲਿਖੋ, ਇਹ ਸੀਗੀ ਜੀ ਪਹਿਲੀ ਵਾਰ ਇਕਸਾਰ ਜਨਸੰਖਿਆ ਦੀ ਗਿਣਤੀ। 1881 ਤੋਂ ਬਾਅਦ ਜੀ ਰੂਲ ਹੀ ਕਰਤਾ ਸੀਗਾ ਵੀ ਹਰ 10 ਸਾਲ ਦੇ ਅੰਤਰਾਲ ਦੇ ਵਿੱਚ ਆਪਾਂ ਜਨਸੰਖਿਆ ਦੀ ਗਿਣਤੀ ਕਰਨੀ ਹੈ। ਜਾਣੀ ਕਿ ਜੇ 1881 ਵਿੱਚ ਹੋਈ ਹੈ ਜੀ, ਉਸ ਤੋਂ ਬਾਅਦ 1891 ਚ ਹੋਈ ਹੈ ਜੀ, ਫਿਰ 1901 ਦੇ ਵਿੱਚ ਜੀ, ਫਿਰ 1911 ਚ, ਫਿਰ 21 ਚ ਜੀ, ਏਦਾਂ ਕਰਕੇ ਅੱਜ ਤੱਕ ਚੱਲਦੀ ਆ ਰਹੀ ਹੈ। ਤਾਂ ਜਿਹੜਾ ਇਸ ਟਾਈਮ ਉੱਤੇ ਜੀ ਤੁਹਾਨੂੰ ਪਤਾ ਜੀ ਕਿ ਇੰਡੀਆ ਦੇ ਉੱਤੇ ਜੀ 1872 ਦੇ ਵਿੱਚ ਜੀ ਅੰਗਰੇਜ਼ਾਂ ਦਾ ਰਾਜ ਸੀਗਾ। ਤਾਂ ਉਸ ਟਾਈਮ ਉੱਤੇ ਜੀ ਵਾਇਸਰਾਏ ਕੌਣ ਸੀਗਾ ਜੀ? ਉਸ ਟਾਈਮ ਉੱਤੇ ਜੋ ਆਪਣਾ ਵਾਇਸਰਾਏ ਸੀਗਾ ਜੀ, ਉਹਦਾ ਨਾਮ ਸੀਗਾ ਜੀ ਮੇਓ।
ਤੇ ਜੋ ਇਹਦੇ ਟਾਈਮ ਵਿੱਚ ਆਪਣਾ ਵਾਇਸਰਾय ਸੀਗਾ ਜੀ, ਕਿਉਂਕਿ ਵਾਇਸਰਾय ਦਾ ਨਾਮ ਹਮੇਸ਼ਾ ਪੁੱਛਦਾ ਜੀ, ਉਹ ਸੀਗਾ ਜੀ ਰਿਪਨ। ਇਹ ਦੋ ਬੰਦਿਆਂ ਦੇ ਵੀ ਤੁਸੀਂ ਨਾਮ ਯਾਦ ਰੱਖਣੇ ਆ ਜੀ ਆਪਾਂ। ਜੇ ਆਪਾਂ ਜੀ ਆਪਣੀ 2011 ਵਿੱਚ ਹੀ ਲਾਸਟ ਟਾਈਮ ਆਪਣੀ ਜਨਸੰਖਿਆ ਦੀ ਗਣਨਾ ਹੋਈ ਹੈ। 2011 ਵਿੱਚ ਅੰਤਿਮ ਜਨਗਣਨਾ ਹੋਈ ਹੈ ਜੀ ਆਪਣੀ। ਜੋ 2011 ਵਿੱਚ ਹੋਈ ਹੈ, ਕਿਉਂਕਿ 2021 ਵਿੱਚ ਜਨਗਣਨਾ ਹੋਣੀ ਸੀਗੀ ਹੁਣ ਆਪਣੀ। ਤਾਂ ਜੇ ਕਿਸ ਕਾਰਨ ਹੋਈ, ਸਭ ਨੂੰ ਪਤਾ ਹੀ ਕਰੋਨਾ ਆ ਗਿਆ ਸੀਗਾ, ਤਾਂ ਕਰੋਨਾ ਕਰਕੇ 2021 ਦੇ ਵਿੱਚ ਜਨਸੰਖਿਆ ਦੀ ਗਿਣਤੀ ਨਹੀਂ ਹੋ ਸਕੀ ਹੈ। ਤਾਂ ਉਹ ਹਾਲੇ ਤੱਕ ਪਤਾ ਨਹੀਂ ਪ੍ਰੋਸੈਸ ਕਿੱਦਾਂ ਪੂਰਾ ਹੋਏਗਾ ਜੀ, ਕਦੋਂ ਕੁਛ ਹੋਏਗਾ। ਤਾਂ ਫਿਲਹਾਲ ਤੁਸੀਂ ਆਪਾਂ ਜੀ 2011 ਦੀ ਜੋ ਆਪਣੀ ਜਨਗਣਨਾ ਹੋਈ ਹੈ ਜੀ, ਆਪਾਂ ਇਹਦੇ ਬਾਰੇ ਦੇਖਦੇ ਹਾਂ। 2011 ਦੀ ਜੀ ਜੋ ਜਨਗਣਨਾ ਹੋਈ ਜੀ, ਕਿਹੜੇ ਨੰਬਰ ਦੀ ਜਨਗਣਨਾ ਹੈਗੀ ਜੀ? ਅਕੋਰਡਿੰਗ ਟੂ 1881। ਜੇ ਅਕੋਰਡਿੰਗ ਟੂ 1881 ਰਹੀ, ਜਾਣੀ ਕਿ ਜੀ ਭਾਰਤ ਦੇ ਸੁਤੰਤਰ ਹੋਣ ਤੋਂ ਪਹਿਲਾਂ ਜੀ, ਮੈਂ ਆਖਾਂ ਜੇ ਭਾਰਤ ਦੇ ਸੁਤੰਤਰ ਹੋਣ ਤੋਂ ਪਹਿਲਾਂ ਦੀ ਮੈਂ ਗੱਲ ਕਰਾਂ, ਤਾਂ ਭਾਰਤ ਦੀ ਕਿਹੜੇ ਨੰਬਰ ਦੀ ਜਨਗਣਨਾ ਹੈਗੇ ਜੀ? ਤਾਂ ਇਹ ਹੈਗੇ ਜੀ 15ਵੀਂ ਜਨਗਣਨਾ। ਠੀਕ ਹੈ, ਇਹ ਕਿਹਦੇ ਨਾਲ ਹੈ ਜੀ? ਇਹ ਹੈਗੇ ਜੀ ਆਜ਼ਾਦ ਹੋਣ ਤੋਂ ਪਹਿਲਾਂ ਦਾ ਜੀ ਆਪਾਂ ਲਾਈਏ ਜੀ। ਜੇ ਮੈਂ ਆਜ਼ਾਦ ਹੋਣ ਤੋਂ ਬਾਅਦ ਦੀ ਗੱਲ ਕਰਾਂ ਜੀ, ਤਾਂ ਆਪਣੇ ਕਿਹੜੇ ਨੰਬਰ ਦੀ ਹੈਗੇ ਜੀ ਇਹ? ਤਾਂ ਇਹ ਹੈਗੇ 7ਵੀਂ ਜਨਗਣਨਾ ਹੈਗੀ ਜੀ ਆਪਣੀ। ਆਜ਼ਾਦ ਹੋਣ ਤੋਂ ਬਾਅਦ ਕੁਐਸਚਨ ਤੁਹਾਨੂੰ ਕਿੱਦਾਂ ਪੁੱਟ ਕਰੇਗਾ ਜੀ ਐਗਜ਼ਾਮੀਨਰ ਆਖੇਗਾ ਕਿ ਆਜ਼ਾਦ ਹੋਣ ਤੋਂ ਪਹਿਲਾਂ ਜੀ, ਜੇ ਯਾਨੀ ਕਿ ਆਪਾਂ ਜੇ 1881 ਤੋਂ ਲਾਈਏ ਜੀ, ਤਾਂ ਜੋ ਭਾਰਤ ਦੀ 2011 ਵਾਲੀ ਜਨਸੰਖਿਆ ਦੀ ਜਨਗਣਨਾ ਹੋਈ ਸੀਗੀ, ਤਾਂ ਕਿਹੜੇ ਨੰਬਰ ਦੀ ਆਸਤਾ? ਇਹ ਹੈਗੇ 15ਵੀਂ ਦੀ, ਤੇ ਇਹ ਹੈਗੇ 7ਵੇਂ ਨੰਬਰ ਦੀ। ਠੀਕ ਹੈ ਜੀ, ਤਾਂ ਇੰਨਾ ਕੁ ਹੈਗਾ, ਇੱਕ ਵਾਰੀ ਤਾਂ ਤੁਸੀਂ ਇਸ ਨੂੰ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਹੁਣ ਕਰਦੇ ਹਾਂ ਪੰਜਾਬ ਦੀ ਜਨਸੰਖਿਆ ਦੀ ਗੱਲ। ਤੁਹਾਨੂੰ ਮਿਟਾ ਦਿੰਦੇ ਜੀ। ਜੋ ਪੰਜਾਬ ਦੀ ਜਨਸੰਖਿਆ ਹੈਗੀ ਜੀ ਅੱਜ ਦੇ ਟਾਈਮ ਦੇ ਵਿੱਚ, ਟੋਟਲ ਪੋਪੂਲੇਸ਼ਨ ਦੀ ਜੇ ਮੈਂ ਗੱਲ ਕਰਾਂ ਜੀ, ਤਾਂ ਉਹ ਹੈਗੇ ਜੀ 2774 3338। ਤਾਂ ਇੰਨੀ ਜਨਸੰਖਿਆ ਹੈਗੀ ਹੈ ਜੀ ਪੰਜਾਬ ਦੀ ਪ੍ਰੈਜੈਂਟ ਟਾਈਮ ਦੇ ਵਿੱਚ ਜੀ। ਠੀਕ ਹੈ ਜੀ, ਇਹ ਤੁਸੀਂ ਆંકੜਾ ਯਾਦ ਰੱਖਣਾ ਪਊਗਾ ਤੁਹਾਨੂੰ ਜੀ। ਜੇ ਮੈਂ ਜੀ ਇਸੇ ਨੂੰ ਜੇ ਮੈਂ ਲਾਵਾਂ ਜੀ ਕਿ ਜੋ ਟੋਟਲ ਭਾਰਤ ਦੀ ਜਨਸੰਖਿਆ ਦਾ 2.29% ਜੀ ਆਪਣੀ ਪੰਜਾਬ ਦੀ ਜਨਸੰਖਿਆ ਹੈਗਾ ਜੀ। ਠੀਕ ਹੈ, ਜੇ ਸਾਰਿਆਂ ਨਾਲੋਂ ਵੱਧ ਜਨਸੰਖਿਆ ਪੁੱਛੀ ਜਾਵੇ ਕਿਹੜੇ ਰਾਜਾਂ ਦੀ ਹੈਗੇ, ਤਾਂ ਉਹ ਹੈਗੇ ਜੀ ਯੂਪੀ ਦੀ। ਉਸ ਤੋਂ ਬਾਅਦ ਆਪਣੇ ਕੁਐਸਚਨ ਹੈਗਾ ਜੀ ਇਹਦੇ ਵਿੱਚ, ਪੋਪੂਲੇਸ਼ਨ ਇੰਨੀ ਹੈ ਜੀ ਇਹਦੀ, ਤਾਂ ਸਭ ਤੋਂ ਵੱਧ ਜੀ ਕਿਹੜੇ ਜ਼ਿਲ੍ਹੇ ਦੀ ਪੋਪੂਲੇਸ਼ਨ ਹੈਗੀ ਜੀ? ਤਾਂ ਆਪਾਂ ਲਿਖਾਂਗੇ ਜੀ ਸਭ ਤੋਂ ਜ਼ਿਆਦਾ, ਆਪਾਂ ਜ਼ਿਲ੍ਹੇ ਵਾਰੀ ਲਿਖ ਲੈਂਦੇ ਜੀ। ਅਧਿਕਤਮ ਜਨਸੰਖਿਆ ਤੇ ਲਿਖ ਦਿੰਦੇ ਜੀ ਘੱਟ ਜਨਸੰਖਿਆ। ਸਾਨੂੰ ਵੱਧ ਜੀ ਕਿਹੜੇ ਜ਼ਿਲ੍ਹੇ ਦੀ ਪੋਪੂਲੇਸ਼ਨ ਹੈਗੀ ਆਪਣੇ ਜੀ? ਤਾਂ ਉਹ ਹੈਗੇ ਜੀ ਲੁਧਿਆਣਾ। ਤੇ ਸਾਨੂੰ ਜੇ ਘੱਟ ਦੀ ਆਖਾਂ ਜੀ ਤਾਂ ਬਰਨਾਲੇ ਦੀ ਜੋ ਪੋਪੂਲੇਸ਼ਨ ਹੈ ਉਹ ਸਾਰਿਆਂ ਨਾਲੋਂ ਘੱਟ ਹੈਗੀ ਜੀ। ਇਹ ਤੁਸੀਂ ਆંકੜਾ ਹੈਗਾ ਜੀ ਜੋ ਯਾਦ ਰੱਖਣਾ ਹੈਗਾ। ਇਹ ਤਾਂ SI ਦੇ ਵਿੱਚ ਪੁੱਛਿਆ ਜਾ ਚੁੱਕਾ ਜੀ ਕੁਐਸਚਨ 2021 ਵਾਲੇ ਦੇ ਵਿੱਚ। ਉਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਹਾਂ
ਇਹ ਤਾਂ ਗਈ ਪੋਪੂਲੇਸ਼ਨ ਦੀ ਗੱਲ। ਉਹ ਤਾਂ ਆਪਾਂ ਗੱਲ ਕਰਦੇ ਹਾਂ ਜੀ ਡੈਂਸਿਟੀ ਦੀ। ਡੈਂਸਿਟੀ ਕੀ ਹੈ ਜੀ? ਘਣਤਾ ਕੀ ਹੈਗੀ ਜੀ? ਘਣਤਾ ਹੈਗੀ ਜੀ ਆਪਣੀ 551 ਪਰਸਨ ਪਰ ਕਿਲੋਮੀਟਰ ਸਕੁਅਰ। ਘਣਤਾ ਦਾ ਮਤਲਬ ਕੀ ਹੁੰਦਾ ਜੀ? ਡੈਂਸਿਟੀ ਕੀ ਹੈ? ਵੀ 1 ਕਿਲੋਮੀਟਰ ਸਕੁਅਰ ਦੇ ਏਰੀਏ ਦੇ ਵਿੱਚ ਕਿੰਨੇ ਬੰਦੇ ਨਿਵਾਸ ਕਰ ਰਹੇ ਨੇ। ਤਾਂ ਜੇ ਪੰਜਾਬ ਦੀ ਗੱਲ ਕਰੀਏ ਜੀ ਤਾਂ ਪੰਜਾਬ ਦੇ ਵਿੱਚ ਡੈਂਸਿਟੀ 551 ਹੈਗੀ ਜੀ, ਜਾਣੀ ਕਿ ਪੰਜਾਬ ਦੇ ਜੀ 1 ਕਿਲੋਮੀਟਰ ਸਕੁਅਰ ਦੇ ਵਿੱਚ 551 ਬੰਦੇ ਰਹਿੰਦੇ ਨੇ। ਠੀਕ ਹੈ। ਤੇ ਜੇ ਮੈਂ ਸਾਨੂੰ ਗੱਲ ਜ਼ਿਆਦਾ ਦੀ ਕਰਾਂ ਜੀ, ਮਤਲਬ ਕਿ ਹਾਈਐਸਟ ਡੈਂਸਿਟੀ ਕਿਹੜੇ ਜ਼ਿਲ੍ਹੇ ਦੀ ਹੈ ਜੀ, ਤੇ ਲੋਐਸਟ ਡੈਂਸਿਟੀ ਕਿਹੜੇ ਜ਼ਿਲ੍ਹੇ ਦੀ ਹੈ। ਤਾਂ ਹਾਈਐਸਟ ਡੈਂਸਿਟੀ ਹੈਗੀ ਜੀ ਜੋ ਉਹ ਹੈਗੀ ਜੀ ਲੁਧਿਆਣੇ ਦੀ, ਤੇ ਜੋ ਘੱਟੋ ਘੱਟ ਹੈਗੀ ਜੀ ਉਹ ਹੈਗੀ ਆਪਣੀ ਸ਼੍ਰੀ ਮੁਕਤਸਰ ਸਾਹਿਬ ਦੀ ਜੀ। ਜੋ ਲੁਧਿਆਣੇ ਦੀ ਹੈਗੀ ਜੀ ਇੱਥੇ ਜੀ 978 ਪਰਸਨ ਹੈਗੇ ਨੇ ਜੀ 1 ਕਿਲੋਮੀਟਰ ਸਕੁਅਰ ਦੇ ਵਿੱਚ, ਤੇ ਮੁਕਤਸਰ ਸਾਹਿਬ ਦੇ ਵਿੱਚ ਜੀ 348 ਪਰਸਨ ਹੈਗੇ ਨੇ 1 ਕਿਲੋਮੀਟਰ ਸਕੁਅਰ ਦੇ ਦਾਇਰੇ ਦੇ ਵਿੱਚ ਜੀ। ਆਹ 2 ਪੁਆਇੰਟ ਹੋ ਗਏ ਜੀ, ਯਾਦ ਰੱਖਣੇ ਆ ਜੀ ਇਹਨਾਂ ਨੇ। ਤੀਸਰੇ ਨੰਬਰ ਉੱਤੇ ਜੀ ਜੋ ਆਪਣੇ ਨੂੰ ਪੁਆਇੰਟ ਪੁੱਛਦਾ ਉਹ ਆਪਾਂ ਨੂੰ ਪੁੱਛਦਾ ਹੈ ਜੀ ਲਿਟਰੇਸੀ ਰੇਟ ਦਾ, ਯਾਨੀ ਕਿ ਸਾਖਰਤਾ ਦਰ ਜੀ। ਜੇ ਮੈਂ ਸਾਖਰਤਾ ਦਰ ਆਖਾਂ ਜੀ ਆਪਣੀ ਪੰਜਾਬ ਦੇ ਵਿੱਚ ਤਾਂ ਉਹ ਹੈਗੇ ਜੀ 75.84% ਹੈ ਜੀ। ਜੋ ਕਿ ਜੇ ਜੀ ਮੈਂ ਇਕੱਲੇ ਮੇਲ ਦੀ ਲਾਵਾਂ ਉਹ ਤਾਂ ਹੈਗੇ ਜੀ 80.44%, ਤੇ ਜੇ ਮੈਂ ਫੀਮੇਲ ਦੀ ਲਾਵਾਂ ਜੀ ਉਹ ਹੈਗੇ 70.73%। ਆਹ ਆਂਕੜੇ ਹੈਗੇ। ਤੇ ਉਸ ਤੋਂ ਬਾਅਦ ਜੀ ਇੱਕ ਤੁਸੀਂ ਯਾਦ ਰੱਖਣੇ ਕਿ ਹਾਈਐਸਟ ਲਿਟਰੇਸੀ ਰੇਟ ਕਿੱਥੋਂ ਦੀ ਹੈ ਜੀ, ਮਤਲਬ ਕਿ ਕਿਹੜੇ ਜ਼ਿਲ੍ਹੇ ਦੀ ਹੈ ਜੀ, ਤੇ ਲੋਐਸਟ ਲਿਟਰੇਸੀ ਰੇਟ ਕਿਹੜੇ ਜ਼ਿਲ੍ਹੇ ਦੀ ਹੈ ਜੀ। ਜੇ ਹਾਈਐਸਟ ਦੀ ਗੱਲ ਕਰਾਂ ਤਾਂ ਹੁਸ਼ਿਆਰਪੁਰ ਦੀ ਹੈ ਜੀ। ਜਾਣੀ ਕਿ ਤੁਸੀਂ ਇਦਾਂ ਲਾ ਲਓ ਕਿ ਜੋ ਹੁਸ਼ਿਆਰਪੁਰ ਵਾਲੇ ਜੀ ਜ਼ਿਆਦਾ ਪੜ੍ਹੇ, ਇਹਨਾਂ ਦੇ ਤਾਂ ਨਾਮ ਦੇ ਵਿੱਚ ਹੀ ਹੁਸ਼ਿਆਰ ਤਾਂ ਹੁਸ਼ਿਆਰ ਹੀ ਹੋਣਗੇ, ਤਾਂ ਇਦਾਂ ਤੁਸੀਂ ਯਾਦ ਰੱਖ ਸਕਦੇ ਹੋ। ਜਿਨ੍ਹਾਂ ਦੀ ਕੀ ਲਿਟਰੇਸੀ ਰੇਟ ਹੈਗੇ ਜੀ 84.6% ਹੈ ਜੀ। ਤੇ ਮਾਨਸਾ ਦੀ ਹੈਗੇ ਜੀ 61.8% ਹੈ ਜੀ। ਅਸੀਂ ਕਹਿ ਸਕਦੇ ਹਾਂ ਇਹਨੂੰ 61.80% ਕਹਿ ਸਕਦੇ। ਤਾਂ ਇਹ ਕਾਂਕੜਾ ਹੈ ਤੁਸੀਂ ਯਾਦ ਆਪਾਂ ਕੀਤਾ ਗਿਆ ਜੀ ਕਿ ਜੋ ਪੋਪੂਲੇਸ਼ਨ ਹੈਗੇ ਜੀ ਪੰਜਾਬ ਦੀ ਉਹ ਹੈਗੇ ਜੀ 27743338 ਜੀ, ਜੋ ਕਿ ਆਪਣੇ ਜੀ ਪੂਰੇ ਇੰਡੀਆ ਦਾ 2.29% ਬਣਦੀ ਹੈ ਜੀ ਜਨਸੰਖਿਆ। ਸਾਨੂੰ ਵੱਧ ਜਨਸੰਖਿਆ ਜੀ ਆਪਣੀ ਕਿਹੜੇ ਜ਼ਿਲ੍ਹੇ ਦੀ ਹੈਗੀ ਹੈ ਤਾਂ ਲੁਧਿਆਣੇ ਦੀ ਹੈਗੀ ਹੈ ਜੀ। ਤੇ ਸਾਨੂੰ ਘੱਟ ਜਨਸੰਖਿਆ ਜੀ ਆਪਣੇ ਕਿਹੜੇ ਜ਼ਿਲ੍ਹੇ ਦੀ ਹੈਗੀ ਹੈ ਉਹ ਆਪਣੇ ਹੈਗੇ ਜੀ ਬਰਨਾਲੇ ਦੀ। ਉਸ ਤੋਂ ਆਪਾਂ ਗੱਲ ਕੀਤੀ ਜੀ ਡੈਂਸਿਟੀ ਦੀ, ਘਣਤਾ ਦੀ ਜੀ। ਜੋ ਆਪਣੀ ਜੀ ਘਣਤਾ ਹੈਗੀ ਹੈ ਜੀ ਇਹ ਆਪਣੇ ਪੰਜਾਬ ਦੀ ਹੈਗੀ ਜੀ 551 ਪਰਸਨ 1 ਕਿਲੋਮੀਟਰ ਸਕੁਅਰ ਦੇ ਵਿੱਚ। ਵੀ 1 ਕਿਲੋਮੀਟਰ ਸਕੁਅਰ ਦੇ ਵਿੱਚ ਵੀ ਜੀ ਕਿੰਨੇ ਬੰਦੇ ਰਹਿੰਦੇ ਨੇ ਇਹ ਉਸ ਨੂੰ ਦੱਸਦਾ ਜੀ। ਤਾਂ ਆਪਾਂ ਦੱਸਿਆ ਜੀ ਕਿ 551 ਬੰਦੇ ਆ ਜੀ ਜੋ ਪੰਜਾਬ ਦੇ ਵਿੱਚ ਰਹਿੰਦੇ ਨੇ 1 ਕਿਲੋਮੀਟਰ ਸਕੁਅਰ ਦੇ ਅੰਦਰ। ਤੋਂ ਉਸ ਤੋਂ ਬਾਅਦ ਆਪਾਂ ਕੀਤਾ ਜੀ ਲਿਟਰੇਸੀ ਯਾਨੀ ਕਿ ਸਾਖਰਤਾ ਦਰ ਆਪਣੀ ਨੇ। ਸਾਖਰਤਾ ਦਰ ਹੈਗੇ ਪੰਜਾਬ ਦੀ ਜੀ 75.84%, ਜਿਨ੍ਹਾਂ ਵਿੱਚੋਂ ਮੇਲ ਦੀ ਹੈਗੇ ਜੀ 80.44% ਤੇ ਫੀਮੇਲ ਦੀ ਹੈਗੇ 70.73%। ਜੇ ਹਾਈਐਸਟ ਲਿਟਰੇਸੀ ਰੇਟ ਦੀ ਗੱਲ ਕਰਾਂ ਤਾਂ ਹੁਸ਼ਿਆਰਪੁਰ ਵਾਲਿਆਂ ਦੀ ਹੈਗੇ ਜੀ, ਜਿਨ੍ਹਾਂ ਦੇ ਨਾਮ 'ਚ ਹੀ ਹੁਸ਼ਿਆਰ ਹੈ ਜੀ। ਤੇ ਲੋਐਸਟ ਲਿਟਰੇਸੀ ਰੇਟ ਹੈਗੇ ਜੀ ਮਾਨਸਾ ਦੀ। ਇਹ ਕੁਐਸਚਨ ਐਸਆਈ ਦੇ ਵਿੱਚ ਆ ਚੁੱਕਿਆ ਹੈਗਾ ਜੀ। ਸੈਂਸਸ ਦੇ ਵਿੱਚੋਂ ਜੀ ਇੱਕ ਕੁਐਸਚਨ ਤਾਂ ਹਮੇਸ਼ਾ ਹੀ ਆਉਂਦਾ ਜੀ ਪੇਪਰਾਂ ਦੇ ਵਿੱਚ। ਉਸ ਤੋਂ ਬਾਅਦ ਆਪਾਂ ਦੇਖਣਾ ਹੈ ਜੀ ਸੈਕਸ ਰੇਸ਼ੋ ਦੇ ਵਿੱਚ, ਯਾਨੀ ਕਿ ਲਿੰਗ ਅਨੁਪਾਤ ਵਿੱਚ ਜੀ। ਲਿੰਗ ਅਨੁਪਾਤ ਕਿੰਨਾ ਜੀ ਪੰਜਾਬ ਦਾ ਲਿੰਗ ਅਨੁਪਾਤ ਹੈਗਾ ਜੀ 800
895। 895 ਕੀ ਹੈ ਜੀ? 895 ਜਾਣੀ ਕਿ 1000 ਬॉयਜ਼ ਦੇ ਪਿੱਛੇ ਜੀ 895 ਗਰਲਜ਼ ਯਾਨੀ ਜੀ ਆਪਣੇ ਪੰਜਾਬ ਦੇ ਵਿੱਚ, ਜਿਹਦੇ ਵਿੱਚੋਂ ਕਿ ਸਾਰਿਆਂ ਨਾਲੋਂ ਜੇ ਮੈਂ ਘੱਟ ਦੀ ਗੱਲ ਕਰਾਂ ਜੀ, ਸਾਰਿਆਂ ਨਾਲੋਂ ਵੱਧ ਦੀ ਗੱਲ ਕਰਾਂ ਜੀ, ਹਾਈਐਸਟ ਸੈਕਸ ਰੇਸ਼ੋ ਕਿੱਥੋਂ ਦੀ ਹੈਗੀ ਜੀ? ਤੇ ਲੋਐਸਟ ਜੀ ਜੋ ਹਾਈਐਸਟ ਹੈ ਜੀ ਉਹ ਹੁਸ਼ਿਆਰਪੁਰ ਵਾਲਿਆਂ ਦੀ ਹੈ ਜੀ, ਜੋ ਕਿ 961 ਹੈ ਜੀ, ਤੇ ਜੋ ਲੋਐਸਟ ਹੈ ਜੀ ਉਹ ਹੈਗੀ ਬਠਿੰਡਾ ਦੀ, ਜੋ ਕਿ 868 ਹੀ ਹੈਗੀ ਜੀ। ਉਸ ਤੋਂ ਆਪਾਂ ਜ਼ਿਕਰ ਕਰਾਂਗੇ ਜੀ ਚਾਈਲਡ ਸੈਕਸ ਰੇਸ਼ੋ, ਜਾਣੀ ਕਿ ਬਾਲ ਲਿੰਗ ਅਨੁਪਾਤ ਹੈ ਜੀ। ਇਹ ਜੋ ਆਪਾਂ ਬਾਲ ਲਿੰਗ ਅਨੁਪਾਤ ਹੈ ਜੀ, ਇਹ ਆਪਾਂ ਜੀ ਜੋ 0 ਤੋਂ 6 ਸਾਲ ਤੱਕ ਦੇ ਬੱਚੇ ਹੁੰਦੇ ਜੀ, ਆਪਾਂ ਉਹਨਾਂ ਦੀ ਕੱਢਦੇ ਨੇ ਚਾਈਲਡ ਸੈਕਸ ਰੇਸ਼ੋ। ਜੇ ਸਾਨੂੰ ਜੀ ਹਾਈਐਸਟ ਦੀ ਗੱਲ ਕਰਾਂ ਜੀ, ਤੇ ਸਾਨੂੰ ਲੋਐਸਟ ਦੀ ਗੱਲ ਕਰਾਂ ਜੀ, ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਦੇਖੋ ਵੀ ਕਿੰਨੀ ਹੈਗੀ ਜੀ ਆਪਣੇ, ਇਹ ਹੈਗੇ ਜੀ 846 ਹੈ ਜੀ, ਠੀਕ ਹੈ ਜੀ। ਇਹ ਵੀ 1000 ਬॉयਜ਼ ਦੇ ਪਿੱਛੇ 1846 ਲੜਕੀਆਂ ਨੇ ਜੀ। ਤੇ ਜੇ ਉਰੇ ਜੀ ਮੈਂ ਹਾਈਐਸਟ ਦੀ ਗੱਲ ਕਰਾਂ, ਤੇ ਉਰੇ ਜੀ ਮੈਂ ਲੋਐਸਟ ਦੀ ਗੱਲ ਕਰਾਂ, ਹਾਈਐਸਟ ਹੈਗੇ ਸਾਨੂੰ ਵੱਧ ਹੈ ਜੀ 20, ਤੇ ਲੋਐਸਟ ਹੈਗੇ ਜੀ ਇਹ ਤਰਨਤਾਰਨ ਦੇ ਵਿੱਚ। ਹਾਈਐਸਟ ਇਸ ਵਿੱਚ ਕਿੰਨੀ ਹੈ ਜੀ? ਇਹ ਹੈਗੇ 885 ਹੈ ਜੀ, ਤੇ ਇਹਦੇ ਚ ਹੈਗੇ ਜੀ 820। ਇਹ ਹੈਗਾ ਜੀ ਡਾਟਾ ਇੱਕ, ਜਾਣੀ ਕਿ ਜੀ ਜੋ ਸੈਕਸ ਰੇਸ਼ੋ ਹੈਗੇ ਜੀ, ਲਿੰਗ ਅਨੁਪਾਤ ਪੰਜਾਬ ਦਾ ਕਿੰਨਾ ਜੀ? 895 ਹੈਗਾ ਜੀ। ਹਾਈਐਸਟ ਸੈਕਸ ਰੇਸ਼ੋ ਕਿੰਨੀ ਹੈ ਜੀ? ਹੁਸ਼ਿਆਰਪੁਰ ਦੀ ਹੈਗੀ ਜੀ 961 ਹੈ, ਤੇ ਲੋਐਸਟ ਸੈਕਸ ਰੇਸ਼ੋ ਹੈਗੇ ਬਠਿੰਡੇ ਦੀ ਜਿਹੜੀ ਕਿ 868 ਹੈਗੇ ਜੀ। ਉਸ ਦਾ ਜੇ ਆਪਾਂ ਚਾਈਲਡ ਸੈਕਸ ਰੇਸ਼ੋ ਦਾ ਕੀਤਾ ਜੀ, ਜਿਹੜਾ ਕਿ 0 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਹੁੰਦਾ ਜੀ, ਠੀਕ ਹੈ, ਇਹ 846 ਹੀ ਹੈਗਾ ਜੀ। ਜਾਣੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੀ ਜੋ ਪੰਜਾਬ ਦੀ ਆਪਣੀ ਸੈਕਸ ਰੇਸ਼ੋ ਹੈਗੀ ਬਹੁਤ ਹੀ ਜ਼ਿਆਦਾ ਡਿੱਗਣ ਵਾਲੀ ਹੈਗੀ ਜੀ, ਠੀਕ ਹੈ। ਉਸ ਤੋਂ ਬਾਅਦ ਆਪਾਂ ਕਰਨਾ ਜੀ ਡਿਕੇਡ ਗਰੋਥ, ਜਾਣੀ ਜੀ ਦਸ਼ਕ ਵਾਧਾ। ਦਸ਼ਕ ਵਾਧਾ ਆਪਣਾ ਕਿੰਨਾ ਜੀ? 13.9% ਹੈ ਜੀ। ਜੋ ਦਸ਼ਕ ਵਾਧਾ ਹੋਇਆ ਜਾਣੀ 13.9% ਕੀ ਹੈ ਜੀ? ਆਪਣੀ ਜੀ 2001 ਦੇ ਵਿੱਚ ਜਨਸੰਖਿਆ ਕਿੰਨੀ ਸੀਗੀ ਤੇ ਅੱਜ ਆਪਣੀ ਕਿੰਨੀ ਹੈ ਜਨਸੰਖਿਆ? ਇਹ ਜੋ ਜਨਸੰਖਿਆ ਜੀ ਉਸ ਨਾਲ ਕਿੰਨੇ % ਜ਼ਿਆਦਾ ਵਧੀ ਹੈਗੀ ਹੈ, ਇਹ ਉਹਨੂੰ ਦਰਸਾਉਂਦਾ ਜੀ। ਜੇ ਮੈਂ ਜ਼ਿਲ੍ਹੇ ਦੀ ਗੱਲ ਕਰਾਂ ਜੀ ਕਿ ਸਾਰਿਆਂ ਨਾਲੋਂ ਵੱਧ ਜੀ ਕਿਹੜੇ ਜ਼ਿਲ੍ਹੇ ਵਿੱਚ ਇਹ ਵਧੀ ਹੈਗੀ ਹੈ, ਤੇ ਜੇ ਮੈਂ ਸਾਰਿਆਂ ਨਾਲੋਂ ਘੱਟ ਦੀ ਗੱਲ ਕਰਾਂਗੇ ਕਿਹੜੇ ਜ਼ਿਲ੍ਹੇ ਵਿੱਚ ਸਾਰਿਆਂ ਨਾਲੋਂ ਘੱਟ ਗਈ ਹੈਗੀ ਜੀ, ਸਾਨੂੰ ਵੱਧ ਵਧੀ ਹੈ ਜੀ SAS ਦੀ, ਜਾਣੀ ਕਿ ਸ਼ਹੀਦ ਅਜੀਤ ਸਿੰਘ ਨਗਰ ਹੈ ਜੀ, ਤੇ ਸਾਰਿਆਂ ਨਾਲੋਂ ਘੱਟ ਇਹ ਵਧੀਆ ਜੀ ਸ਼ਹੀਦ ਭਗਤ ਸਿੰਘ ਨਗਰ ਦੀ, ਠੀਕ ਹੈ। ਤਾਂ ਇੰਨਾ ਕੁ ਡਾਟਾ ਜੀ ਜੋ ਆਪਾਂ ਯਾਦ ਰੱਖਣਾ ਹੈ। ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਜੋ ਵੀ ਆਪਣੇ ਧਰਮਾਂ ਦੇ ਅਨੁਸਾਰ ਜੀ ਆਪਣੇ ਪੰਜਾਬ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਬਾਰੇ ਦੱਸਾਂਗੇ ਜੀ। ਤੁਸੀਂ ਇਹਨੂੰ ਨੋਟ ਕਰੋ ਜੀ ਸਾਰੇ ਦੇ ਸਾਰੇ ਨੂੰ। ਸਾਰਿਆਂ ਨੇ ਜੋ ਵੀ ਡਾਟਾ ਸੀ ਜੋ ਲਿਖ ਲਿਆ ਹੋਏਗਾ। ਹੁਣ ਆਪਾਂ ਅੱਗੇ ਕਰਦੇ ਹਾਂ ਜੀ, ਮੈਂ ਤੁਹਾਨੂੰ ਦੱਸਦਾ ਸੀਗਾ ਕਿ ਆਪਾਂ ਧਰਮ ਦੇ ਕਰਦੇ ਹਾਂ ਕਿ ਸਿੱਖ ਧਰਮ ਸਾਰਿਆਂ ਨਾਲੋਂ ਵੱਧ ਹੈ ਜੀ, ਆਪਾਂ ਨੂੰ ਜਾਣਦੇ ਹਾਂ ਜੀ। ਉਸ ਤੋਂ ਬਾਅਦ ਜੀ ਹਿੰਦੂ ਹੈ, ਫਿਰ ਮੁਸਲਿਮ, ਫਿਰ ਆਪਣੇ ਕ੍ਰਿਸਚਨ ਆ ਗਏ ਤੇ ਬਾਅਦ ਚ ਅਦਰਸ ਆ ਗਏ। ਆਪ ਪਹਿਲਾਂ ਤਾਂ ਇਹਨਾਂ ਦੇ ਆਂਕੜੇ ਕਰਦੇ ਹਾਂ। ਤਾਂ ਧਰਮ ਦੇ ਆਧਾਰ ਦੇ ਉੱਤੇ ਜੀ ਜੋ ਜਨਸੰਖਿਆ ਹੈਗੀ ਜੀ ਇਸ ਪ੍ਰਕਾਰ ਹੈ। ਸਿੱਖ ਦੀ ਹੈਗੀ ਜੀ 59.91%, ਹਿੰਦੂਆਂ ਦੀ ਹੈਗੀ ਜੀ 36.94% ਜੀ, ਯਾਨੀ ਕਿ ਸਾਰਿਆਂ ਤੋਂ ਵੱਧ ਇਹਨਾਂ ਦੀ ਹੈਗੀ। ਤੇ ਮੁਸਲਿਮਾਂ ਦੀ ਹੈਗੇ ਜੀ 1.57% ਤੇ ਕ੍ਰਿਸਚਨਾਂ ਦੀ ਹੈਗੇ ਜੀ
ਇੱਕ ਪੁਆਇੰਟ 20%। ਤੇ ਜੋ ਬਾਕੀ ਧਰਮ ਰਹਿ ਗਏ ਜੀ, ਜਿਵੇਂ ਕਿ ਜੈਨ ਰਹਿ ਗਏ, ਬੌਧ ਧਰਮ ਦੇ ਰਹਿ ਗਏ ਜੀ, ਉਹਨਾਂ ਦੀ 0.38% ਹੀ ਹੈਗੇ ਜੀ ਜਨਸੰਖਿਆ ਜੀ। ਉਸ ਤੋਂ ਬਾਅਦ ਜੀ ਇੱਕ ਇਹਦੇ ਵਿੱਚ ਗੱਲ ਯਾਦ ਰੱਖਣੀ ਹੈਗੀ, ਇੱਕ ਮੈਂ ਤੁਹਾਨੂੰ ਪਿਛਲੇ ਸਲਾਈਡ ਦੇ ਜੋ ਕਰਵਾਇਆ ਸੀਗਾ ਜੀ, ਇੱਕ ਕਿ ਜੋ ਸਾਖਰ ਜ਼ਿਲ੍ਹਾ ਜੀ ਸਾਰਿਆਂ ਨਾਲੋਂ ਵੱਧ ਕਿਹੜੇ ਦੀ ਹੈਗੇ, ਤਾਂ ਸਾਰਿਆਂ ਨਾਲੋਂ ਸਾਖਰ ਜ਼ਿਲ੍ਹਾ ਸੀਗਾ ਜੋ ਆਪਣਾ ਜੀ, ਸਾਰਿਆਂ ਨਾਲੋਂ ਵੱਧ ਲਿਟਰੇਸੀ ਰੇਟ ਸੀਗੇ ਜੀ, ਉਹ ਆਪਣੇ ਸੀਗੇ ਹੁਸ਼ਿਆਰਪੁਰ ਦੀ ਜੀ। ਕਈ ਵਾਰੀ ਕੀ ਹੁੰਦਾ ਜੀ, ਐਗਜ਼ਾਮੀਨਰ ਕੁਐਸਚਨ ਪੁੱਟ ਕਰੇਗਾ ਕਿ ਜੋ ਆਪਣੇ ਮੇਲ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਸਾਖਰ ਜ਼ਿਲ੍ਹਾ ਕਿਹੜਾ ਜੀ, ਤਾਂ ਮੇਲ ਦੇ ਵਿੱਚੋਂ ਵੀ ਸਾਰਿਆਂ ਨਾਲੋਂ ਵੱਧ ਸਾਖਰ ਜ਼ਿਲ੍ਹਾ ਆਪਣਾ ਜੀ ਹੁਸ਼ਿਆਰਪੁਰ ਹੀ ਹੈ। ਜੇ ਫੀਮੇਲ ਦਾ ਪੁੱਛਣ ਸਾਰਿਆਂ ਨਾਲੋਂ ਵੱਧ ਸਾਖਰ ਜ਼ਿਲ੍ਹਾ, ਤਾਂ ਉਹ ਵੀ ਆਪਣਾ ਹੁਸ਼ਿਆਰ ਹੀ ਹੈ ਜੀ। ਤੇ ਜੇ ਘੱਟ ਦੀ ਪੁੱਛਣ ਵੀ ਸਾਨੂੰ ਘੱਟ ਪੜ੍ਹੇ ਲਿਖੇ ਬੰਦੇ ਕਿਹੜੇ ਜ਼ਿਲ੍ਹੇ ਦੇ ਨੇ, ਤਾਂ ਉਹ ਵੀ ਆਪਣਾ ਜੀ ਮਾਨਸਾ ਹੈਗਾ। ਤੇ ਸਾਨੂੰ ਘੱਟ ਜੀ ਜੇ ਫੀਮੇਲ ਦਾ ਪੁੱਛਣ ਵੀ ਕਿੱਥੋਂ ਦੀ ਫੀਮੇਲ ਸਾਨੂੰ ਘੱਟ ਪੜ੍ਹੀਆਂ ਲਿਖੀਆਂ ਨੇ, ਤਾਂ ਉਹ ਵੀ ਆਪਣੇ ਮਾਨਸਾ ਹੀ ਆਏਗਾ। ਠੀਕ ਹੈ, ਤਾਂ ਇੰਨਾ ਕੁ ਡਾਟਾ ਸੀਗਾ। ਇੱਕ ਇਹਨਾਂ ਵਿੱਚ ਕੁਐਸਚਨ ਹੋਰ ਆ ਜਾਂਦਾ ਜੀ ਕਿ ਜੀ ਕਿਹੜੀ ਇਹੋ ਜਿਹੀ ਤਹਿਸੀਲ ਹੈ ਜੀ ਪੰਜਾਬ ਦੀ ਜਿੱਥੇ ਕਿ ਅਰਬਨ ਪੋਪੂਲੇਸ਼ਨ ਹੀ ਹੈ ਨਹੀਂ, ਤਾਂ ਖਡੂਰ ਸਾਹਿਬ ਦੇ ਵਿੱਚ ਹੈ ਜੀ। ਤਾਂ ਆਪਾਂ ਲਿਖਾਂਗੇ ਜੀ ਕਿ ਖਡੂਰ ਸਾਹਿਬ has not urban population। ਜਾਣੀ ਕਿ ਇੱਥੇ ਜੀ ਸ਼ਹਿਰੀ ਜਨਸੰਖਿਆ ਨਹੀਂ ਪਾਈ ਜਾਂਦੀ। ਤਾਂ ਇਹ ਗੱਲ ਨੋਟ ਕਰਕੇ ਰੱਖਿਓ ਜੀ, ਇਹ ਕੁਐਸਚਨ ਪੁੱਛ ਲੈਂਦਾ ਗਾ। ਸੈਂਸਸ ਬਾਰੇ ਇੰਨਾ, ਇੱਕ ਆਪਣੀ ਜੀ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ ਕਿੰਨੀ ਸੀਗੀ ਜੀ, ਆਪਣੇ ਪੰਜਾਬ ਦੇ ਵਿੱਚ ਹੀ ਅਨੁਸੂਚਿਤ ਜਾਤੀ ਕਿੰਨੇ ਪਰਸੈਂਟ ਨੇ, ਤਾਂ ਉਹ ਹੈਗੇ ਨੇ 31.94%। ਇੱਕ ਇਸ ਨੂੰ ਵੀ ਤੁਸੀਂ ਯਾਦ ਰੱਖਣਾ ਜੀ। ਤਾਂ ਆਪਣਾ ਇੰਨਾ ਕੁ ਹੀ ਡਾਟਾ ਹੈਗਾ ਜੀ ਸੈਂਸਸ ਦੇ ਵਿੱਚ, ਜੋ ਅਕਸਰ ਹੀ ਪੁੱਛਿਆ ਜਾਂਦਾ ਜੀ ਆਪਾਂ ਨੂੰ। ਇਹਨਾਂ ਵਿੱਚੋਂ ਤਾਂ ਮੋਸਟਲੀ ਕੁਐਸਚਨ ਕਦੇ ਵੀ ਨਹੀਂ ਆਇਆ ਜੀ, ਬਟ ਇਹ ਯਾਦ ਰੱਖਣਾ ਪੈਂਦਾ ਹੈ, ਕੀ ਪਤਾ ਲੱਗਦਾ ਪੰਜਾਬ ਵਾਲੇ ਪੁੱਛ ਲੈਣ। ਤੇ ਇਹ ਕੁਐਸਚਨ ਇੰਪੋਰਟੈਂਟ ਹੈ ਜੀ, ਇਹ ਯਾਦ ਰੱਖੋ ਤੁਸੀਂ, ਅਨੁਸੂਚਿਤ ਜਾਤੀ ਦੀ ਪਰਸੈਂਟੇਜ ਯਾਦ ਰੱਖੋ ਜੀ। ਤਾਂ ਅੱਜ ਲਈ ਇੰਨਾ ਬਹੁਤ ਹੈ ਜੀ, ਆਪਾਂ ਕੱਲ ਨੂੰ ਮਿਲਦੇ ਹਾਂ ਜੀ। ਆਪਾਂ ਡਿਵੀਜ਼ਨਾਂ ਤੋਂ ਸ਼ੁਰੂ ਕਰਾਂਗੇ ਕੱਲ ਨੂੰ ਜੀ, ਇਕੱਲੇ ਇਕੱਲੇ ਡਿਸਟ੍ਰਿਕਟ ਬਾਰੇ ਆਪਾਂ ਪੜਾਂਗੇ। ਤਾਂ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ। ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ ਜੀ।